हाँ जी। सो रिस्पैक्ट ਦੀ ਡਿਫਰੈਂਸੀਏਸ਼ਨ ਕੀਤੀ ਹੋਈ ਹੈ ਤਿੰਨ ਚੀਜ਼ਾਂ ਦੇ ਬੇਸ 'ਤੇ। ਸਭ ਤੋਂ ਪਹਿਲਾਂ ਹੈਗੀ ਹੈ ਬੋਡੀ, ਫਿਰ ਉਸ ਤੋਂ ਬਾਅਦ ਹੈ ਫਿਜ਼ੀਕਲ ਫੈਸਿਲਿਟੀਜ਼, ਦੈਨ ਉਸ ਤੋਂ ਬਾਅਦ ਹੈ ਬਿਲੀਫਸ। ਠੀਕ ਹੈ, ਦੇਖ ਰਹੇ ਹੋ ਸਾਰੇ ਜਣੇ। ਪਹਿਲਾਂ ਬੋਡੀ ਹੈ, ਦੈਨ ਫਿਜ਼ੀਕਲ ਫੈਸਿਲਿਟੀਜ਼ ਹੈ, ਔਰ ਦੈਨ ਬਿਲੀਫਸ। ਬੋਡੀ ਨੂੰ ਅੱਗਿਓਂ ਚਾਰ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਆ, ਜਿਹਦੇ ਵਿੱਚ ਪਹਿਲਾਂ ਆਉਂਦਾ ਹੈ ਸੈਕਸ, ਦੈਨ ਰੇਸ, ਦੈਨ ਏਜ ਐਂਡ ਦੈਨ ਫਿਜ਼ੀਕਲ ਸਟਰੈਂਥ। ਓਕੇ, ਇੱਦਾਂ ਹੀ ਫਿਜ਼ੀਕਲ ਫੈਸਿਲਿਟੀਜ਼ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈ, ਵੈਲਥ ਐਂਡ ਪੋਸਟ। ਔਰ ਬਿਲੀਵਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ, ਯਾਨੀ ਕਿ ਇਜ਼ਮਸ ਐਂਡ ਸੈਕਟਸ। ਓਕੇ, ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਟੇਲ 'ਚ ਪੜ੍ਹਾਂਗੇ ਕਿ ਕਿੱਦਾਂ ਰਿਸਪੈਕਟ ਜੋ ਹੈ ਉਹਨੂੰ ਡਿਫਰੈਂਸ਼ੀਏਟ ਕੀਤਾ ਹੋਇਆ ਆ ਇਹਨਾਂ ਤਿੰਨ ਚੀਜ਼ਾਂ ਦੇ ਬੇਸ 'ਤੇ। ਠੀਕ ਹੈ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਔਨ ਦਾ ਬੇਸਿਸ ਆਫ ਬੋਡੀ। ਔਨ ਦਾ ਬੇਸਿਸ ਆਫ ਬੋਡੀ ਦੇ ਵਿੱਚ ਪਹਿਲਾਂ ਆਉਂਦਾ ਆ ਸੈਕਸ ਔਰ ਜੈਂਡਰ। ਠੀਕ ਹੈ, ਕੀ ਹੁੰਦਾ ਆ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਜਾਂ ਅੱਜ ਥੋੜ੍ਹਾ ਬਹੁਤ ਘੱਟ ਗਿਆ, ਲੇਕਿਨ ਬਹੁਤ ਪਹਿਲਾਂ ਟਾਈਮ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਮੇਲਸ ਜੋ ਹੁੰਦੇ ਸੀ ਉਹਨਾਂ ਨੂੰ ਰਿਸਪੈਕਟ ਜ਼ਿਆਦਾ ਹੁੰਦੀ ਸੀ ਫੀਮੇਲਸ ਦੇ ਨਾਲੋਂ, ਰਾਈਟ। ਔਰ ਇਨ ਦੀ ਅਦਰ ਵੇ ਰਾਊਂਡ ਇਨ ਸਮ ਸੁਸਾਇਟੀਜ਼, ਜਾਂ ਪਿਛਲੀਆਂ ਜੋ ਸੀਗੀਆਂ, ਠੀਕ ਹੈ, ਉਦੋਂ ਟਾਈਮ ਦੇ ਵਿੱਚ ਵੀ ਇਗਨੋਰਡ ਦ ਫੈਕਟ ਦੈਟ ਬੀਇੰਗ ਮੇਲ ਔਰ ਫੀਮੇਲ ਇਜ਼ ਜਸਟ ਐਨ ਐਟਰੀਬਿਊਟ ਆਫ ਦ ਬੋਡੀ, ਇਟਸ ਨੋਟ ਐਨ ਐਟਰੀਬਿਊਟ ਆਫ ਦ ਲੈਵਲ ਆਫ ਆਈ। ਮਤਲਬ ਇਹ ਤਾਂ ਸਿਰਫ ਇੱਕ ਬੋਡੀ ਦੇ ਵਿੱਚ ਡਿਫਰੈਂਸ ਹੈ, ਬਟ ਸੈਲਫ ਸਭ ਦੇ ਅੰਦਰ ਇੱਕ ਹੀ ਹੈ। ਠੀਕ ਹੈ, ਹਰ ਇੱਕ ਦੀ ਆਪਣੀ, ਮਤਲਬ ਹਰ ਇੱਕ ਦੇ ਅੰਦਰ ਕਹਿ ਲਓ, ਕਹਿੰਦੇ ਨੇ ਕਿ ਹਿਊਮਨ ਹੈ, ਹਰ ਇੱਕ ਦੇ ਅੰਦਰ ਸੋਲ ਹੈ, ਹਰ ਇੱਕ ਦੇ ਅੰਦਰ ਹਿਊਮੈਨਿਟੀ ਹੈ। ਲੇਕਿਨ ਆਪਾਂ ਸਿਰਫ ਔਰ ਸਿਰਫ ਜੈਂਡਰ ਦੇ ਬੇਸ 'ਤੇ ਅਗਰ ਰਿਸਪੈਕਟ ਨੂੰ ਡਿਫਰੈਂਸ਼ੀਏਟ ਕਰਦੇ ਹਾਂ ਮੇਲ ਔਰ ਫੀਮੇਲਸ ਦੇ ਵਿੱਚ, ਠੀਕ ਹੈ, ਤਾਂ ਦੈਟ ਇਜ਼ ਨੋਟ ਓਕੇ, ਰਾਈਟ। ਸੌਰੀ। ਸੋ ਬਹੁਤ ਸਾਰੀ ਕੰਟਰੀਜ਼ ਦੇ ਵਿੱਚ, ਈਵਨ ਆਪਣੇ ਇੰਡੀਆ ਵਿੱਚ ਵੀ ਹਜੇ ਕੁਝ ਇੱਦਾਂ ਹੈ ਜਿਹੜੇ ਕਿ ਪ੍ਰੈਫਰ ਕਰਦੇ ਆ ਮੇਲ ਚਾਈਲਡ ਟੂ ਅ ਫੀਮੇਲ ਚਾਈਲਡ, ਰਾਈਟ। ਹੁਣ ਵੀ ਇੱਦਾਂ ਹੈ ਕਿ ਮੇਲ ਚਾਈਲਡ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ। ਕੁਛ ਹੱਦ ਤੱਕ ਸੁਸਾਇਟੀ ਜੋ ਹੈ ਉਹ ਚੇਂਜ ਹੋ ਚੁੱਕੀ ਹੈ, ਲੇਕਿਨ ਕੁਛ ਹਜੇ ਵੀ ਇੱਦਾਂ ਹੈ ਕਿ ਜਿੱਥੇ ਮੇਲ ਨੂੰ ਜ਼ਿਆਦਾ ਰਿਸਪੈਕਟ, ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਫੀਮੇਲ ਦੇ ਨਾਲੋਂ। ਠੀਕ ਹੈ, ਇਨ ਸਮ ਅਦਰ ਸੁਸਾਇਟੀਜ਼। ਦੂਸਰਾ ਆਪਣੇ ਕੋਲ ਹੈ, ਦੂਸਰਾ ਪੁਆਇੰਟ ਬੋਡੀ ਦੇ ਬੇਸ 'ਤੇ, ਉਹ ਹੈ ਰੇਸ। ਰੇਸ ਇਜ਼ ਵਾਟ, ਇਹਦੇ ਵਿੱਚ ਰੇਸਿਜ਼ਮ ਤਾਂ ਬਹੁਤ ਜ਼ਿਆਦਾ ਹੈ, ਉਹ ਤਾਂ ਅੱਜ ਵੀ ਹੈ। ਰੇਸ ਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਕਿਸੇ ਦੇ ਸਕਿਨ ਕਲਰ 'ਤੇ, ਕਿਸੇ ਦੇ ਕੰਪਲੈਕਸ਼ਨ ਦੇ ਬੇਸ 'ਤੇ ਡਿਫਰੈਂਸੀਏਸ਼ਨ ਕਰਦੇ ਹੋ, ਰਾਈਟ। ਅਗਰ ਕੋਈ ਵਾਈਟ ਹੈ, ਕਿਸੇ ਦਾ ਕੰਪਲੈਕਸ਼ਨ ਵਾਈਟ ਹੈ ਜਾਂ ਫੇਅਰ ਹੈ, ਤਾਂ ਉਹਨੂੰ ਜ਼ਿਆਦਾ ਰਿਸਪੈਕਟ ਦਿੱਤੀ ਜਾਂਦੀ ਆ। ਅਗਰ ਕਿਸੇ ਦਾ ਸਕਿਨ ਕਲਰ ਜਾਂ ਕੰਪਲੈਕਸ਼ਨ ਜੋ ਹੈ ਉਹ ਡਾਰਕ ਹੈ ਜਾਂ ਬਰਾਊਨ ਹੈ, ਤਾਂ ਉਸ ਬੇਸ 'ਤੇ ਉਹਨੂੰ ਰਿਸਪੈਕਟ ਘੱਟ ਦਿੱਤੀ ਜਾਂਦੀ ਹੈ। ਦਿਸ ਸਟਿਲ ਹੈਪਨਸ। ਆਪਾਂ ਤਾਂ ਬੇਸ਼ੱਕ ਇਸ ਚੀਜ਼ ਦੇ ਬਾਰੇ ਨਹੀਂ ਸੋਚਦੇ, ਲੇਕਿਨ ਕੁਛ ਏਰੀਆਜ਼ ਇੱਦਾਂ ਦੇ ਹਜੇ ਵੀ ਹੈਗੇ ਨੇ ਜਿੱਥੇ ਇੱਦਾਂ ਹੁੰਦਾ ਹੈ, ਔਰ ਇੱਦਾਂ ਦੀ ਮੈਂਟੈਲਿਟੀ ਹੈ, ਰਾਈਟ। ਆਪਣੀ ਕੰਟਰੀ ਵਿੱਚ ਵੀ ਹੈ ਔਰ ਦੂਸਰੀ ਕੰਟਰੀਜ਼ ਦੇ ਵਿੱਚ ਵੀ ਹੈ। ਜਿਹੜੇ ਬਲੈਕ ਪੀਪਲ ਨੇ, ਜਿਹੜੇ ਜਿਨ੍ਹਾਂ ਦਾ ਕੰਪਲੈਕਸ਼ਨ ਡਾਰਕ ਹੈ, ਉਹਨਾਂ ਨਾਲ ਮਿਸਬਿਹੇਵ ਹੁੰਦਾ ਆ। ਉਹਨਾਂ ਨੂੰ ਉਹਨਾਂ ਦੇ ਜਸਟ ਕੰਪਲੈਕਸ਼ਨ ਦੇ ਬੇਸ 'ਤੇ ਉਹਨਾਂ ਦੀ ਡਿਸਰਿਸਪੈਕਟ ਹੁੰਦੀ ਆ। ਠੀਕ ਹੈ, ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹਨੂੰ ਘਟਾ ਦਿੱਤਾ ਜਾਂਦਾ ਹੈ, ਜਸਟ ਔਨ ਦਾ ਬੇਸਿਸ ਆਫ ਕੰਪਲੈਕਸ਼ਨ, ਸਕਿਨ ਕੰਪਲੈਕਸ਼ਨ, ਰਾਈਟ। ਸੋ ਇਹ ਹੈ ਕਿ ਰੇਸ ਦੇ ਬੇਸ 'ਤੇ, ਜਾਂ ਬੋਡੀ ਵਿੱਚ ਹੀ ਆ ਜਾਂਦਾ ਰੇਸ ਵੀ। ਸੋ ਬੋਡੀ ਦੇ ਬੇਸ 'ਤੇ ਜਿਹੜੀ ਆ ਰਿਸਪੈਕਟ ਨੂੰ ਡਿਫਰੈਂਸ਼ੀਏਟ ਕੀਤਾ ਹੋਇਆ ਹੈ, ਓਕੇ। ਲੇਕਿਨ ਹੁਣ ਇਹ ਗੱਲ ਫਿਰ ਇੱਥੇ ਇਹੀ ਆਉਂਦੀ ਆ ਕਿ ਕੰਪਲੈਕਸ਼ਨ ਜੋ ਹੈ ਇਟਸ ਜਸਟ ਅ ਪਾਰਟ ਆਫ ਬੋਡੀ, ਇਟਸ ਨੋਟ ਅ ਪਾਰਟ ਆਫ ਆਈ, ਇਟਸ ਨੋਟ ਅ ਪਾਰਟ ਆਫ ਸੈਲਫ। ਹਿਊਮਨ ਸੋਲ ਹਰ ਇੱਕ ਦੇ ਅੰਦਰ ਹੈ, ਇਮੋਸ਼ਨ ਸਭ ਦੇ ਅੰਦਰ ਨੇ, ਫੀਲਿੰਗ ਸਭ ਦੇ ਅੰਦਰ ਨੇ, ਰਾਈਟ। ਸਿਰਫ ਔਰ ਸਿਰਫ ਅਗਰ ਆਪਾਂ ਕਿਸੇ ਦੀ ਆਊਟਰ ਅਪੀਅਰੈਂਸ ਜਾਂ ਫਿਰ ਉਹਦੇ ਕੰਪਲੈਕਸ਼ਨ ਦੇ ਬੇਸ 'ਤੇ ਕਿਸੇ ਨੂੰ ਜੱਜ ਕਰਦੇ ਹਾਂ ਜਾਂ ਉਹਨੂੰ ਉਸ ਅਕੋਰਡਿੰਗ ਰਿਸਪੈਕਟ ਦਿੰਦੇ ਹਾਂ, ਦੈਟ ਇਜ਼ ਨੋਟ ਗੁੱਡ।
ਕਿਉਂਕਿ ਅਗਰ ਬੇਸਿਕਲੀ ਦੇਖਿਆ ਜਾਏ ਜੋ ਮੈਕੈਨਿਜ਼ਮਸ ਸਾਡੀ ਬੋਡੀ 'ਚ ਹੋ ਰਹੇ ਨੇ ਉਹੀ ਸੇਮ ਮੈਕੈਨਿਜ਼ਮਸ ਉਸ ਪਰਸਨ ਦੀ ਬੋਡੀ 'ਚ ਹੋ ਰਹੇ ਨੇ। ਜੇ ਅਸੀਂ ਸਾਹ ਲੈ ਰਹੇ ਹਾਂ ਉਹ ਪਰਸਨ ਵੀ ਸਾਹ ਲੈ ਰਿਹਾ ਹੈ। ਜੋ ਫੀਲ ਅਸੀਂ ਕਰਦੇ ਹਾਂ ਸੇਮ ਥਿੰਗ ਦੂਸਰਾ ਪਰਸਨ ਵੀ ਫੀਲ ਕਰਦਾ ਹੈ। ਠੀਕ ਹੈ, ਅਗਰ ਸਾਡੇ ਅੰਦਰ ਇਮੋਸ਼ਨਸ ਨੇ ਉਹਨਾਂ ਅੰਦਰ ਵੀ ਇਮੋਸ਼ਨਸ ਨੇ। ਬਸ ਫਰਕ ਸਿਰਫ ਇੰਨਾ ਆ ਬੋਡੀ ਦਾ। ਔਰ ਬੋਡੀ ਪਹਿਲੇ ਚੈਪਟਰ 'ਚ ਮੈਂ ਤੁਹਾਨੂੰ ਦੱਸਿਆ ਕਿ ਬੋਡੀ ਦਾ ਕੋਈ ਕੰਮ ਨਹੀਂ ਹੈ। ਬੋਡੀ ਸਿਰਫ ਜਿੱਦਾਂ ਸੈਲਫ ਨੇ ਕਹਿਣਾ ਉੱਦਾਂ ਉਹਨੇ ਕਰੀ ਜਾਣਾ। ਅਤੇ ਫਿਰ ਆਪਾਂ ਬੋਡੀ ਨੂੰ ਕਿਉਂ ਪ੍ਰੈਫਰੈਂਸ ਇੰਨੀ ਦਿੰਦੇ ਹਾਂ? ਪ੍ਰੈਫਰੈਂਸ ਹੋਣੀ ਚਾਹੀਦੀ ਆ ਮਾਈਂਡ ਦੀ, ਦੂਸਰੇ ਪਰਸਨ ਦੀ ਸੋਚ ਦੀ, ਉਹਦੀ ਇੰਟਲੈਕਚੁਅਲਿਟੀ ਦੀ, ਕਿ ਉਹ ਪਰਸਨ ਕਿੰਨਾ ਕੁ ਇੰਟਲੈਕਚੁਅਲ ਹੈ, ਉਹਦਾ ਬਿਹੇਵੀਅਰ ਕੀ ਆ, ਉਹਦੇ ਮੈਨਰਸ ਕੀ ਨੇ। ਠੀਕ ਹੈ, ਇਸ ਬੇਸ 'ਤੇ ਕਿਉਂ ਨਾ ਆਪਾਂ ਉਹਨੂੰ ਜੱਜ ਕਰੀਏ, ਕਿਉਂ ਉਹਨੂੰ ਬੋਡੀ ਦੇ ਬੇਸ 'ਤੇ ਜੱਜ ਕਰੀਏ। ਰਾਈਟ। ਫਿਰ ਤੀਸਰੀ ਚੀਜ਼ ਹੈ ਏਜ। ਇੰਡੀਆ ਦੇ ਵਿੱਚ ਤਾਂ ਬਹੁਤ ਹੈ ਇਹ। ਇੱਕ ਪ੍ਰੋਬਲਮ ਇਹ ਹੈ ਕਿ ਆਪਣੇ ਕੰਟਰੀ ਦੇ ਵਿੱਚ ਕਿ ਅਗਰ ਸਮਬੜੀ ਇਜ਼ ਓਲਡ ਏਜ ਜਾਂ ਐਲਡਰਸ ਹੈ ਤਾਂ ਉਹਦੀ ਰਿਸਪੈਕਟ ਕਰਨੀ ਆ। ਬਟ ਵਾਟ ਅਬਾਊਟ ਦ ਯੰਗਸਟਰਸ? ਸ਼ੁੱਡ ਵੀ ਇਨਸਲਟ ਦੈਮ? ਅਗਰ ਉਹ ਯੰਗਸਟਰ ਹੈ ਤਾਂ ਸ਼ੁੱਡ ਵੀ ਇਨਸਲਟ ਦੈਮ? ਸ਼ੁੱਡ ਵੀ ਨਾਟ ਰਿਸਪੈਕਟ ਦੈਮ ਐਜ਼ ਵੈਲ? ਯੰਗਸਟਰਸ ਨੂੰ ਵੀ ਤਾਂ ਰਿਸਪੈਕਟ ਚਾਹੀਦੀ ਹੈ ਨਾ। ਇੱਦਾਂ ਤਾਂ ਨਹੀਂ ਹੈ ਨਾ ਕਿ ਆਪਾਂ ਅਗਰ ਮੈਂ ਮੰਨ ਲਓ ਐਗਜ਼ਾਮਪਲ ਲੈਂਦੀ ਅਗਰ ਮੈਂ ਓਲਡ ਏਜ ਹਾਂ ਫੋਰ ਐਗਜ਼ਾਮਪਲ ਔਰ ਮੇਰੇ ਤੋਂ ਕੋਈ ਯੰਗਸਟਰ ਹੈ ਤਾਂ ਉਹ ਮੈਨੂੰ ਪੂਰੀ ਰਿਸਪੈਕਟ ਦੇ ਰਿਹਾ ਆ। ਠੀਕ ਹੈ, ਅਤੇ ਮੈਂ ਉਹਦੇ ਨਾਲ ਬਦਤਮੀਜ਼ੀ ਕਰੀ ਜਾਵਾਂ ਜਸਟ ਬਿਕੋਜ਼ ਕਿ ਆਈ ਐਮ ਐਲਡਰ ਦੈਨ ਦੈਟ ਪਰਸਨ। ਤਾਂ ਇੱਦਾਂ ਤਾਂ ਨਹੀਂ ਹੋਏਗਾ ਨਾ। ਦਿਸ ਇਜ਼ ਨੋਟ ਰਾਈਟ। ਠੀਕ ਹੈ ਨਾ। ਸੋ ਅਗਰ ਰਿਸਪੈਕਟ ਜੋ ਹੈ ਉਹ ਐਲਡਰਸ ਨੂੰ ਮਿਲਣੀ ਚਾਹੀਦੀ ਹੈ ਤਾਂ ਰਿਸਪੈਕਟ ਯੰਗਸਟਰਸ ਨੂੰ ਵੀ ਮਿਲਣੀ ਚਾਹੀਦੀ ਹੈ। ਇੱਦਾਂ ਨਹੀਂ ਹੈ ਕਿ ਐਲਡਰਸ ਤੁਹਾਡੀ ਇਨਸਲਟ ਕਰੀ ਜਾ ਰਹੇ ਨੇ, ਐਲਡਰਸ ਤੁਹਾਨੂੰ ਰਿਸਪੈਕਟ ਨਹੀਂ ਦੇ ਰਹੇ ਬਟ ਸਟਿਲ ਯੂ ਹੈਵ ਟੂ ਰਿਸਪੈਕਟ ਦੈਮ। ਨੋ, ਇਟਸ ਨਥਿੰਗ ਲਾਈਕ ਦੈਟ। ਕਿਉਂਕਿ ਐਵਰੀ ਵਨ ਹੈਜ਼ ਵਰਥ, ਐਵਰੀ ਵਨ ਹੈਜ਼ ਸੈਲਫ ਰਿਸਪੈਕਟ। ਸੋ ਹਰ ਇੱਕ ਦੀ ਰਿਸਪੈਕਟ ਜ਼ਰੂਰੀ ਹੈ। ਹੁਣ ਇੱਦਾਂ ਤਾਂ ਨਹੀਂ ਹੋਏਗਾ ਨਾ ਕਿ ਮੈਂ ਟੀਚਰ ਹਾਂ, ਤੁਸੀਂ ਸਟੂਡੈਂਟ ਹੋ, ਮੈਂ ਤੁਹਾਡੀ ਇਨਸਲਟ ਕਰੀ ਜਾਵਾਂ। ਨੋ, ਯੂ ਆਲਸੋ ਡਿਜ਼ਰਵ ਰਿਸਪੈਕਟ। ਰਾਈਟ। ਸੁਣ ਰਹੇ ਨੇ ਸਾਰੇ ਜਣੇ? ਓਕੇ। ਸੋ ਏਜ ਦੇ ਬੇਸ 'ਤੇ ਕਿਸੇ ਨੂੰ ਰਿਸਪੈਕਟ ਦੇਣੀ। ਫਿਰ ਏਜ ਇਜ਼ ਸਟਿਲ ਰਿਲੇਟਿਡ ਟੂ ਬੋਡੀ। ਪਿਛਲੇ ਪੁਆਇੰਟਸ ਵਾਂਗੂ ਅਗਰ ਕੰਪਲੈਕਸ਼ਨ ਜਾਂ ਰੇਸ ਜਾਂ ਸੈਕਸ ਜੈਂਡਰ ਬੋਡੀ ਨਾਲ ਰਿਲੇਟਿਡ ਹੈ ਤਾਂ ਏਜ ਇਜ਼ ਆਲਸੋ ਰਿਲੇਟਿਡ ਟੂ ਬੋਡੀ, ਇਟਸ ਨਾਟ ਰਿਲੇਟਿਡ ਟੂ ਆਈ। ਇਮੋਸ਼ਨਸ ਤਾਂ ਏਜਡ ਬੰਦੇ ਵਿੱਚ ਵੀ ਔਰ ਯੰਗਸਟਰਸ ਵਿੱਚ ਵੀ ਨੇ। ਰਾਈਟ। ਰਿਸਪੈਕਟ ਹਰ ਕੋਈ ਡਿਜ਼ਰਵ ਕਰਦਾ ਹੈ, ਚਾਹੇ ਉਹ ਏਜਡ ਹੈ ਚਾਹੇ ਉਹ ਯੰਗਸਟਰ ਹੈ। ਠੀਕ ਹੈ। ਫੋਰਥ ਪੁਆਇੰਟ ਆਪਣੇ ਕੋਲ ਹੈ ਫਿਜ਼ੀਕਲ ਸਟਰੈਂਥ। ਫਿਜ਼ੀਕਲ ਸਟਰੈਂਥ ਕਈ ਵਾਰ ਕੀ ਕਰਦੇ ਹਾਂ ਆਪਾਂ ਕਿ ਇਫ ਫੋਰ ਐਗਜ਼ਾਮਪਲ ਇਫ ਸਮਵਨ ਇਜ਼ ਸਟਰੋਂਗਰ, ਰਾਈਟ, ਵੀ ਅਗੇਨ ਟਰੀਟ ਹਿਮ ਔਰ ਹਰ ਡਿਫਰੈਂਟਲੀ ਕਿ ਇਹ ਬੰਦਾ ਤਾਂ ਸਟਰੋਂਗ ਹੈ, ਫਿਜ਼ੀਕਲੀ ਸਟਰੋਂਗ ਹੈ। ਦਿਸ ਇਜ਼ ਅਗੇਨ ਐਟ ਦ ਲੈਵਲ ਆਫ ਬੋਡੀ। ਹੁਣ ਸਿਰਫ ਉਹਦੀ ਬੋਡੀ ਸਟਰੋਂਗ ਹੈ, ਕੀ ਪਤਾ ਹੋ ਸਕਦਾ ਦਿਮਾਗ ਉਹਦੇ 'ਚ ਹੋਵੇ ਹੀ ਨਾ, ਇੰਟਲੈਕਚੁਅਲ ਤਾਂ ਹੋਵੇ ਨਾ, ਕੀ ਪਤਾ ਉਹ ਇਲਿਟਰੇਟ ਪਰਸਨ ਆ। ਜਸਟ ਬਿਕੋਜ਼ ਕਿ ਹੋ ਸਕਦਾ ਉਹਨੂੰ ਅਕਲ ਹੀ ਨਾ ਹੋਵੇ, ਜਸਟ ਬਿਕੋਜ਼ ਕਿ ਉਹ ਫਿਜ਼ੀਕਲੀ ਸਟਰੋਂਗਰ ਹੈ ਅਤੇ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹਨੂੰ ਸਾਰੀ ਰਿਸਪੈਕਟ ਦੇਈ ਜਾਣੀ ਔਰ ਜੋ ਫਿਜ਼ੀਕਲੀ ਸਟਰੋਂਗਰ ਨਹੀਂ ਉਹਦੀ ਇਨਸਲਟ ਕਰੀ ਜਾਣੀ। ਇਸ ਬੇਸ 'ਤੇ ਵੀ ਫਿਜ਼ੀਕਲ ਸਟਰੈਂਥ ਦੇ ਬੇਸ 'ਤੇ ਵੀ ਰਿਸਪੈਕਟ ਨੂੰ ਡਿਫਰੈਂਸ਼ੀਏਟ ਕੀਤਾ ਜਾਂਦਾ ਹੈ ਕਿ ਇਸ ਪਰਸਨ ਨੂੰ ਰਿਸਪੈਕਟ ਜ਼ਿਆਦਾ ਮਿਲਣੀ ਚਾਹੀਦੀ ਕਿਉਂਕਿ ਇਹ ਫਿਜ਼ੀਕਲੀ ਸਟਰੋਂਗਰ ਹੈ। ਠੀਕ ਹੈ। ਹੋਰ ਈਵਨ this is a quite prevalent that there are so many programs, awards and some titles in the world based on physical strength. ਫਿਜ਼ੀਕਲ ਸਟਰੈਂਥ ਦੇ ਬੇਸ 'ਤੇ ਕੁਛ ਅਵਾਰਡਸ ਕੁਛ ਪ੍ਰੋਗਰਾਮਸ ਰੱਖੇ ਹੁੰਦੇ ਨੇ ਕਿ ਇਹਦੇ ਵਿੱਚ ਫਿਜ਼ੀਕਲ ਸਟਰੈਂਥ ਜ਼ਿਆਦਾ ਹੈ ਸੋ ਇਹਨੂੰ ਅਵਾਰਡ ਮਿਲਣਾ ਚਾਹੀਦਾ। ਕੁਛ ਹੱਦ ਤੱਕ ਠੀਕ ਵੀ ਨੇ ਬਟ ਅਗਰ ਇੱਦਾਂ ਦੇਖਿਆ ਜਾਏ ਕਿ ਇਹ ਫਿਜ਼ੀਕਲੀ ਸਟਰੋਂਗ ਹੈ ਸੋ ਦਿਸ ਪਰਸਨ ਡਿਜ਼ਰਵਸ more respect, this person deserve more awards, तो फिर ये नहीं ठीक है।
ਕਿਉਂ ਨਾ ਕਿਸੇ ਦੇ ਮਾਈਂਡ ਤੋਂ, ਉਹਦੇ ਥੋਟਸ ਤੋਂ, ਉਹਦੇ ਇੰਟਲੈਕਚੁਅਲ ਲੈਵਲ ਤੋਂ ਉਹਨੂੰ ਜੱਜ ਕਰੀਏ। ਕਿਉਂ ਆਪਾਂ ਕਿਸੇ ਨੂੰ ਕਿਸੇ ਦੀ ਬੋਡੀ ਦੇ ਬੇਸ 'ਤੇ ਜੱਜ ਕਰਨਾ ਹੈ? ਕਿਉਂ ਉਹਦੀ ਬੋਡੀ ਦੇ ਬੇਸ 'ਤੇ ਉਹਨੂੰ ਰਿਸਪੈਕਟ ਦੇਣੀ ਹੈ? ਹੁਣ ਕੋਈ ਹੋ ਸਕਦਾ ਕੋਈ ਬਹੁਤ ਤਕੜਾ ਆ, ਠੀਕ ਹੈ, ਲੇਕਿਨ ਉਹਨੂੰ ਸੈਂਸ ਜਮ੍ਹਾਂ ਨਹੀਂ ਹੈ, ਉਹਨੂੰ ਅਕਲ ਜਮ੍ਹਾਂ ਨਹੀਂ, ਉਹਨੂੰ ਮੈਨਰਸ ਬਿਲਕੁਲ ਨਹੀਂ ਹੈਗੇ, ਠੀਕ ਹੈ। ਹੋ ਸਕਦਾ ਕੋਈ ਸਾਹਮਣੇ ਵਾਲਾ ਬਹੁਤ ਜ਼ਿਆਦਾ ਫੇਅਰ ਹੈ ਕੰਪਲੈਕਸ਼ਨ 'ਚ, ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਬਹੁਤ ਅਕਲਮੰਦ ਹੈ। ਨੋ, ਹੀ ਸਟਿਲ ਕੈਨ ਬੀ ਡਮ। ਸੋ ਇਹਨਾਂ 4 ਚੀਜ਼ਾਂ ਦੇ ਬੇਸ 'ਤੇ ਤਾਂ ਪਹਿਲੀ ਗੱਲ ਇਹ, ਪਹਿਲਾਂ 4 ਚੀਜ਼ਾਂ, ਠੀਕ ਹੈ। ਬੋਡੀ ਦੇ ਬੇਸ 'ਤੇ ਤਾਂ ਬਿਲਕੁਲ ਵੀ ਕਦੇ ਕਿਸੇ ਨੂੰ ਰਿਸਪੈਕਟ ਨਹੀਂ ਦੇਣੀ, ਕਿ ਅਗਰ ਇਹ ਫੇਅਰ ਹੈ ਤਾਂ ਇਹਨੂੰ ਰਿਸਪੈਕਟ ਦੇਣੀ ਹੈ, ਅਗਰ ਇਹ ਬਲੈਕ ਹੈ ਤਾਂ ਇਹਨੂੰ ਰਿਸਪੈਕਟ ਨਹੀਂ ਦੇਣੀ, ਠੀਕ ਹੈ। ਅਗਰ ਕੋਈ ਏਜਡ ਹੈ ਅਤੇ ਉਹ ਤੁਹਾਡੇ ਨਾਲ ਬਦਤਮੀਜ਼ੀ ਕਰੀ ਜਾ ਰਿਹਾ ਆ ਤਾਂ ਉਹਨੂੰ ਤੁਸੀਂ ਰਿਸਪੈਕਟ ਦੇਈ ਜਾਣੀ ਹੈ। ਨੋ, ਇਟਸ ਨਥਿੰਗ ਲਾਈਕ ਦੈਟ। ਤੁਹਾਡਾ ਵੀ ਹੱਕ ਹੈ ਰਿਸਪੈਕਟ ਲੈਣਾ, ਠੀਕ ਹੈ। ਇਸ ਲਈ ਯੰਗਸਟਰਸ ਵੀ ਡਿਜ਼ਰਵ ਕਰਦੇ ਨੇ ਓਨੀ ਹੀ ਰਿਸਪੈਕਟ ਜਿੰਨੀ ਐਲਡਰਸ ਕਰਦੇ ਨੇ। ਉਹ ਗੱਲ ਵੱਖਰੀ ਹੈ ਕਿ ਯੰਗਸਟਰਸ ਅਗਰ ਐਲਡਰਸ ਉਹਨਾਂ ਨਾਲ ਬਿਲਕੁਲ ਟਰੀਟ ਸਹੀ ਕਰ ਰਹੇ ਨੇ ਅਤੇ ਯੰਗਸਟਰਸ ਉਹਨਾਂ ਨਾਲ ਗਲਤ ਬਿਹੇਵ ਕਰ ਰਹੇ ਨੇ, ਦੈਟ ਇਜ਼ ਰੋਂਗ। ਬਟ ਅਗਰ ਯੰਗਸਟਰਸ ਬਿਲਕੁਲ ਠੀਕ ਬਿਹੇਵ ਕਰ ਰਹੇ ਨੇ, ਐਲਡਰਸ ਸਟਿਲ ਉਸ ਚੀਜ਼ ਨੂੰ ਡੋਮੀਨੇਟ ਕਰਦੇ ਨੇ, ਉਹਨਾਂ ਪਰਸਨਸ ਨੂੰ, ਯੰਗਸਟਰਸ ਨੂੰ ਡੋਮੀਨੇਟ ਕਰਦੇ ਨੇ, ਦੈਟ ਇਜ਼ ਰੋਂਗ, ਦੈਟ ਇਜ਼ ਰੋਂਗ। ਫਿਰ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮੇਰੇ ਤੋਂ ਵੱਡੇ ਆ, ਮੈਨੂੰ ਰਿਸਪੈਕਟ ਕਰਨੀ ਪੈਣੀ ਇਹਨਾਂ ਦੀ। ਨੋ, ਠੀਕ ਹੈ। ਦੂਸਰਾ ਹੈ ਔਨ ਦ ਬੇਸਿਸ ਆਫ ਫਿਜ਼ੀਕਲ ਫੈਸਿਲਿਟੀਜ਼। ਦੂਸਰਾ ਪੁਆਇੰਟ ਦੇਖੋ, ਫਿਜ਼ੀਕਲ ਫੈਸਿਲਿਟੀਜ਼ ਦੇ ਵਿੱਚ 2 ਚੀਜ਼ਾਂ ਦੱਸੀਆਂ ਹੋਈਆਂ ਨੇ, ਵੈਲਥ ਯਾਨੀ ਕਿ ਮਨੀ, ਤੀਸਰਾ ਹੈਗਾ ਪੋਸਟ। ਪਹਿਲਾਂ ਵੈਲਥ ਦੀ ਗੱਲ ਕਰੀਏ। ਇਹ ਚੀਜ਼ ਮੈਂ ਕਹਿੰਦੀ ਹਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲਦੀ ਆ ਰਹੀ ਹੈ, ਔਰ ਅੱਗੇ ਵੀ ਇੱਦਾਂ ਹੀ ਆਈ ਥਿੰਕ ਚੱਲਦੀ ਰਹਿਣੀ ਹੈ, ਪਤਾ ਨਹੀਂ ਕਦੋਂ ਤੱਕ, ਕਿ ਆਪਾਂ ਉਸ ਪਰਸਨ ਨੂੰ ਜ਼ਿਆਦਾ ਰਿਸਪੈਕਟ ਦਿੰਦੇ ਹਾਂ ਜੋ ਵੈਲਦੀ ਹੈ, ਜੋ ਰਿਚ ਪਰਸਨ ਹੈ। ਜੋ ਪੂਅਰ ਹੈ ਜਾਂ ਜੋ ਮਿਡਲ ਕਲਾਸ ਹੈ, ਉਹਨੂੰ ਰਿਸਪੈਕਟ ਆਪਾਂ ਦੇਣੀ ਇੰਨੀ ਜ਼ਿਆਦਾ ਜ਼ਰੂਰੀ ਨਹੀਂ ਸਮਝਦੇ। ਇਹ ਇੱਦਾਂ ਹੁੰਦਾ ਹੀ ਹੈ। ਉਹਦੇ ਪੈਸੇ ਦੇ ਬੇਸ 'ਤੇ ਅੱਜ ਕੱਲ੍ਹ ਲੋਕਾਂ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ, ਕਿ ਕਿਸੇ ਕੋਲ ਪੈਸੇ ਜ਼ਿਆਦਾ ਆ ਕਿਸੇ ਦੇ ਨਾਲੋਂ, ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਰਿਚ ਪਰਸਨ ਜਿਹੜਾ ਆ, ਅਗਰ ਇਹ ਬੰਦਾ ਰਿਚ ਹੈ ਤਾਂ ਇਹ ਬਹੁਤ, ਉਹ ਕੀ ਕਹਿੰਦੇ ਹੁੰਦੇ ਆ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਕਿ ਅਗਰ ਕਿਸੇ ਕੋਲ 4 ਪੈਸੇ ਨੇ ਤਾਂ ਇਹਦਾ ਮਤਲਬ ਉਹ ਬਹੁਤ ਅਕਲਮੰਦ ਹੈ। ਇਹ ਸਮਝਿਆ ਜਾਂਦਾ ਅੱਜ ਕੱਲ੍ਹ, ਬਟ ਇਟਸ ਨਥਿੰਗ ਲਾਈਕ ਦੈਟ। ਕੋਈ ਰਿਚ ਹੋ ਸਕਦਾ ਹੈ, ਪਰ ਹੋ ਸਕਦਾ ਹੈ ਕਿ ਉਹਦੇ ਕੋਲ ਸਿਰਫ ਪੈਸਾ ਹੈ, ਉਹਦੇ ਕੋਲ ਮੈਂਟਲ ਪੀਸ ਹੈ ਹੀ ਨਹੀਂ। ਹੋ ਸਕਦਾ ਹੈ ਕਿ ਉਹ ਸਟਿਲ ਖੁਸ਼ ਨਹੀਂ ਹੈਗਾ, ਹੋ ਸਕਦਾ ਹੈ ਕਿ ਉਹਨੂੰ ਹਜੇ ਵੀ ਅਕਲ ਨਹੀਂ ਹੈਗੀ, ਠੀਕ ਹੈ ਨਾ। ਸੋ ਰਿਚ ਅਗਰ ਕੋਈ ਉਹਦੀ ਵੈਲਥ ਜਾਂ ਉਹਦੀ ਮਨੀ ਦੇ ਬੇਸ 'ਤੇ ਅਗਰ ਕਿਸੇ ਨੂੰ ਆਪਾਂ ਰਿਸਪੈਕਟ ਦਿੰਦੇ ਹਾਂ, ਜਾਂ ਫਿਜ਼ੀਕਲ ਫੈਸਿਲਿਟੀਜ਼ ਦੇ ਬੇਸ 'ਤੇ ਕਿ ਉਹਦੇ ਕੋਲ ਸਾਰੀਆਂ ਫੈਸਿਲਿਟੀਜ਼ ਨੇ ਫਿਜ਼ੀਕਲ, ਅਤੇ ਉਹ ਬੰਦਾ ਬੈਸਟ ਹੈ, ਨਹੀਂ। ਜੋ ਬੰਦੇ ਕੋਲ ਪੈਸਾ ਜ਼ਿਆਦਾ ਹੈ, ਹੋ ਸਕਦਾ ਉਹ ਵੀ ਕਿਸੇ ਟਾਈਮ ਬੇਵਕੂਫੀ ਵਾਲੀ ਗੱਲ ਕਰ ਦਿੰਦਾ, ਔਰ ਇਹ ਬਿਲਕੁਲ ਜ਼ਰੂਰੀ ਨਹੀਂ ਹੈਗਾ ਕਿ ਜਿਹਦੇ ਕੋਲ ਪੈਸਾ ਹੈ ਉਹਨੂੰ ਅਕਲ ਵੀ ਹੈ, ਇਹ ਬਿਲਕੁਲ ਜ਼ਰੂਰੀ ਨਹੀਂ ਹੈਗਾ। ਇਨਫੈਕਟ ਮੈਂ ਤਾਂ ਇਹ ਕਹੂੰਗੀ ਕਿ ਪੈਸਾ ਬੰਦੇ ਦੀ ਅਕਲ ਮਾਰ ਦਿੰਦਾ ਹੈ, ਖ਼ਤਮ ਕਰ ਦਿੰਦਾ ਉਹਦੀ ਅਕਲ। ਮਨੀ ਇੱਦਾਂ ਦੀ ਚੀਜ਼ ਹੈ, ਠੀਕ ਹੈ। ਸੋ ਫਿਰ ਇੱਥੇ ਫਿਰ ਉਹੀ ਗੱਲ ਆਉਂਦੀ ਹੈ ਕਿ ਜੋ ਪੈਸਾ ਆ ਉਹਨੇ ਸਿਰਫ ਬੋਡੀ ਦੀਆਂ ਨੀਡਸ ਪੂਰੀਆਂ ਕਰਨੀਆਂ, ਸੈਲਫ ਦੀਆਂ ਨੀਡਸ ਨਹੀਂ ਪੂਰੀਆਂ ਕਰਨੀਆਂ ਉਹਨੇ। ਅਤੇ ਜਿਹਦੇ ਕੋਲ ਸੈਲਫ ਹੈ ਨਾ, ਉਹੀ ਬੰਦਾ ਸਹੀ ਹੈ, ਠੀਕ ਹੈ। ਬੋਡੀ ਦੇ ਬੇਸ 'ਤੇ ਜਾਂ ਵੈਲਥ ਦੇ ਬੇਸ 'ਤੇ ਨਹੀਂ ਕਰਨਾ ਕਿਸੇ ਨੂੰ ਵੀ ਰਿਸਪੈਕਟ ਜਾਂ ਜੱਜ, ਰਾਈਟ। ਤੀਸਰਾ ਹੈਗਾ ਪੋਸਟ ਯਾਨੀ ਕਿ ਪੋਜੀਸ਼ਨ। ਇਹ ਵੀ ਬਹੁਤ ਬਹੁਤ ਚੱਲ ਰਿਹਾ ਹੈ। ਅਗਰ ਕਿਸੇ ਦੀ ਪੋਸਟ ਉੱਚੀ ਹੈ, ਕਿਸੇ ਦੀ ਪੋਜੀਸ਼ਨ ਹਾਈ ਹੈ, ਉਹਨੂੰ ਆਪਾਂ ਰਿਸਪੈਕਟ ਜ਼ਿਆਦਾ ਦੇਣੀ ਪਸੰਦ ਕਰਦੇ ਹਾਂ। ਕਿਉਂ ਆਪਾਂ ਕਿਸੇ ਨੂੰ ਕਿਸੇ ਦੀ ਸੈਲਰੀ ਪੁੱਛਦੇ ਹਾਂ? ਤੁਹਾਨੂੰ ਪਤਾ ਕਿ ਜਦੋਂ ਆਪਾਂ ਕਿਸੇ ਨੂੰ ਜਾਂ ਸਾਨੂੰ ਕੋਈ ਕਿਸੇ ਦੀ ਆਪਣੀ ਸੈਲਰੀ ਪੁੱਛਦਾ ਹੈ, ਉਹ ਕਿਉਂ ਪੁੱਛਦਾ ਹੁੰਦਾ ਉਹ ਪਰਸਨ? ਦੱਸੋ। ਅਗਰ ਤੁਹਾਨੂੰ ਕੱਲ੍ਹ ਨੂੰ ਜਦੋਂ ਤੁਸੀਂ ਜੋਬ ਕਰਨੀ ਹੈ, ਤੁਹਾਨੂੰ ਕੋਈ
ਤੁਹਾਡੀ ਸੈਲਰੀ ਪੁੱਛੇਗਾ, ਕਿਉਂ ਪੁੱਛੇਗਾ? ਉਹ ਕਿਉਂ ਪੁੱਛਦੇ ਹੁੰਦੇ ਸੈਲਰੀ? ਕਿ ਤੁਸੀਂ ਕਿੰਨਾ ਕਮਾਉਂਦੇ ਹੋ, ਜਾਂ ਫਿਰ ਤੁਹਾਡਾ ਕਿੰਨਾ ਮਹੀਨੇ ਦਾ ਤੁਹਾਡੀ ਤਨਖਾਹ ਹੈ, ਤੁਸੀਂ ਕਿੰਨਾ ਕਮਾਉਂਦੇ ਹੋ। ਇਹ ਲੋਕ ਹਰ ਕਿਸੇ ਨੂੰ ਪੁੱਛਦਾ ਆ। ਕਿਉਂ ਪੁੱਛਦਾ ਇਹ ਇੱਦਾਂ? ਦੱਸੋ ਜ਼ਰਾ। ਐਗਜ਼ੈਕਟਲੀ, ਕਿ ਇਸ ਪਰਸਨ ਨੂੰ ਕਿੰਨੀ ਕੁ ਰਿਸਪੈਕਟ ਦੇਣੀ ਹੈ। ਬਸ ਜਦੋਂ ਉਹਨੂੰ ਪਤਾ ਲੱਗਣਾ ਕਿ ਇਹਦੀ ਸੈਲਰੀ ਇੰਨੀ ਹੈ, ਉਹਨੇ ਉਸ ਬੇਸ 'ਤੇ ਉਹਨੂੰ ਰਿਸਪੈਕਟ ਦੇਣੀ ਹੈ। ਅਗਰ ਉਹਦੀ ਪੋਜੀਸ਼ਨ ਉਹਦੀ ਹਾਈ ਹੈ ਤਾਂ ਉਹਨੇ ਜ਼ਿਆਦਾ ਰਿਸਪੈਕਟ ਦੇਣੀ ਹੈ। ਅਗਰ ਉਹਨੂੰ ਪਤਾ ਲੱਗਣਾ ਇਹਦੀ ਪੋਜੀਸ਼ਨ ਘੱਟ ਹੈ ਤਾਂ ਉਹਨੂੰ ਘੱਟ ਰਿਸਪੈਕਟ ਦੇਣੀ ਹੈ। ਇਹੀ ਹੈ ਅੱਜ ਕੱਲ੍ਹ ਦੀ ਸੁਸਾਇਟੀ, ਇਹੀ ਹੋ ਰਿਹਾ ਅੱਜ ਕੱਲ੍ਹ। ਪਰ ਆਪਾਂ ਇਹ ਚੀਜ਼ ਨਹੀਂ ਸਿੱਖਣੀ। ਹੋ ਸਕਦਾ ਆ ਕਿ ਕਿਸੇ ਪਰਸਨ ਦੀ ਸੈਲਰੀ ਘੱਟ ਹੋਵੇ, ਹੋ ਸਕਦਾ ਕਿਸੇ ਪਰਸਨ ਦੀ ਪੋਜੀਸ਼ਨ ਘੱਟ ਹੋਵੇ, ਲੇਕਿਨ ਉਹਨੂੰ ਐਕਸਪੀਰੀਅੰਸ ਜ਼ਿਆਦਾ ਹੋਵੇ। ਠੀਕ ਹੈ, ਹੋ ਸਕਦਾ ਉਹਨੂੰ ਸਮਝਦਾਰੀ ਜ਼ਿਆਦਾ ਹੋਵੇ ਦੁਨੀਆ ਦੀ। ਠੀਕ ਹੈ, ਉਹਨੇ ਬਹੁਤ ਕੁਛ ਐਕਸਪੀਰੀਅੰਸ ਕੀਤਾ ਹੋਵੇ, ਹਰ ਇੱਕ ਚੀਜ਼ ਦਾ ਉਹਨੂੰ ਪਤਾ ਹੋਵੇ, ਨੌਲੇਜ ਉਹਨੂੰ ਜ਼ਿਆਦਾ ਹੋਵੇ। ਅਤੇ ਇਹ ਬਿਲਕੁਲ ਜ਼ਰੂਰੀ ਨਹੀਂ ਹੈ ਕਿ ਕਿਸੇ ਦੀ ਪੋਜੀਸ਼ਨ ਹਾਈ ਹੈ ਜਾਂ ਉਹਦੀ ਸੈਲਰੀ ਜ਼ਿਆਦਾ ਹੈ, ਉਹਦੇ ਕੋਲ ਪੈਸਾ ਜ਼ਿਆਦਾ ਹੈ ਅਤੇ ਉਹ ਅਕਲਮੰਦ ਹੈ, ਉਹਨੂੰ ਸਮਝ ਸਾਰੀ ਹੈ। ਠੀਕ ਹੈ, ਇਹ ਚੀਜ਼ਾਂ ਇਸੇ ਲਈ ਹੀ ਆਪਾਂ ਨੂੰ ਪੜ੍ਹਦੇ ਟਾਈਮ ਸਿਖਾਈਆਂ ਜਾਂਦੀਆਂ ਕਿ ਕਿਸੇ ਨੂੰ ਵੀ ਕਿਸੇ ਦੀ ਸੈਲਰੀ, ਕਿਸੇ ਦੀ ਇਨਕਮ ਜਾਂ ਉਹਦੀ ਪੋਜੀਸ਼ਨ ਦੇ ਬੇਸ 'ਤੇ ਜੱਜ ਨਹੀਂ ਕਰਨਾ। ਵੱਡੀ ਤੋਂ ਵੱਡੀ ਪੋਜੀਸ਼ਨ ਵਾਲਾ ਬੰਦਾ ਵੀ ਬੇਵਕੂਫੀ ਵਾਲਾ ਕੰਮ ਕਰਦਾ ਹੈ। ਔਰ ਇਹਦੀ ਤੁਸੀਂ ਉਹ ਦੇਖੀ ਹੋਏਗੀ ਵੀਡੀਓ, ਜਿਹੜੀ ਉਹ SHO ਵਾਲੀ ਸੀ। ਦੇਖੀ ਹੋਏਗੀ ਤੁਸੀਂ ਸਭ ਨੇ ਵੀਡੀਓ, ਰਾਈਟ? ਸੋ ਇੱਥੋਂ ਪਤਾ ਲੱਗਦਾ ਹੈ ਕਿ ਅਗਰ ਪੋਸਟ ਉਹਦੀ ਵੱਡੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਬਹੁਤ ਪਤਾ ਹੈ ਜਾਂ ਉਹ ਸਭ ਕੁਛ ਹੈ, ਉਹਨੂੰ ਸਾਰੀ ਦੁਨੀਆਦਾਰੀ ਸਮਝ ਹੈ। ਨਹੀਂ, ਇਹ ਚੀਜ਼ ਮੈਂ ਆਪਣੇ ਦੂਸਰੇ ਸਟੂਡੈਂਟਸ ਨੂੰ ਵੀ ਦੱਸੀ ਆ ਕਿ ਕਦੇ ਵੀ ਕਿਸੇ ਨੂੰ ਕਿਸੇ ਦੀ ਸੈਲਰੀ ਨਹੀਂ ਪੁੱਛੀ ਦੀ, ਕਦੇ ਵੀ ਨਹੀਂ। ਚਾਹੇ ਉਹ ਘੱਟ ਹੈ, ਚਾਹੇ ਉਹ ਬਹੁਤ ਜ਼ਿਆਦਾ ਹੈ, ਉਹਨੂੰ ਉਹਦੀ ਸੈਲਰੀ ਨਹੀਂ ਪੁੱਛੀ ਦੀ ਕਿਸੇ ਨੂੰ ਵੀ। ਇਹਨੂੰ ਬੈਡ ਮੈਨਰਸ 'ਚ ਗਿਣਿਆ ਜਾਂਦਾ ਐਕਚੁਅਲੀ। ਇੱਕ ਏਜ ਔਰ ਇੱਕ ਸੈਲਰੀ, ਇਹ ਦੋ ਕੁਐਸਚਨਸ ਕਿਸੇ ਨੂੰ ਨਹੀਂ ਕਰੀਦੇ, ਇਹਨਾਂ ਨੂੰ ਬੈਡ ਮੈਨਰਸ ਮੰਨਿਆ ਜਾਂਦਾ। ਠੀਕ ਹੈ, ਔਰ ਅਗਰ ਏਜ ਵਿੱਚ ਇੱਦਾਂ ਆ ਕਿ ਕੋਈ ਵੀ ਆਪਣੀ ਏਜ ਨਹੀਂ ਦੱਸਣਾ ਚਾਹੁੰਦਾ ਹੁੰਦਾ ਕਿ ਮੇਰੀ ਏਜ ਕਿੰਨੀ ਆ, ਕੋਈ ਵੀ ਨਹੀਂ ਦੱਸਣਾ ਚਾਹੁੰਦਾ ਹੁੰਦਾ। ਜਿੱਦਾਂ ਜੱਜ ਕਰ ਲੈਂਦੇ ਆ ਸੈਲਰੀ ਦੇ ਬੇਸ 'ਤੇ, ਉਹਦਾ ਏਜ ਦੇ ਬੇਸ 'ਤੇ ਵੀ ਜੱਜ ਕਰ ਲੈਂਦੇ ਆ। ਦਿਸ ਇਜ਼ ਆਰ ਸੋਸਾਇਟੀ। ਤੁਸੀਂ ਨਹੀਂ ਕਰਦੇ ਹੋਵੋਗੇ, ਯਸ ਕਰਨ, ਤੁਸੀਂ ਨਹੀਂ ਕਰਦੇ ਹੋਣੇ। ਦੈਟ ਇਜ਼ ਵੈਰੀ ਗੁੱਡ ਜੇ ਤੁਸੀਂ ਨਹੀਂ ਕਰਦੇ, ਲੇਕਿਨ ਕੁਛ ਲੋਕ ਕਰਦੇ ਨੇ। ਬਟ ਇੱਕ ਚੀਜ਼ ਇਹ ਵੀ ਹੈ ਨਾ ਕਿ ਸਪੈਸ਼ਲੀ ਕੁੜੀਆਂ ਆਪਣੀ ਏਜ ਦੱਸਣਾ ਪਸੰਦ ਨਹੀਂ ਕਰਦੀਆਂ, ਬਟ ਹੁਣ ਤਾਂ ਸਭ ਕਰਦੇ ਆ। ਕੋਈ ਵੀ ਨਹੀਂ ਆਪਣੀ ਏਜ ਦੱਸਣੀ ਪਸੰਦ ਕਰਦਾ ਕਿ ਮੇਰੀ ਏਜ ਕਿੰਨੀ ਆ, ਮੈਂ ਕਿਉਂ ਦੱਸਾਂ ਕਿ ਮੇਰੀ ਏਜ ਕਿੰਨੀ ਆ। ਲੇਕਿਨ ਜਿੱਦਾਂ ਅਗਰ ਸੈਲਰੀ ਦੇ ਬੇਸ 'ਤੇ ਜੱਜ ਕੀਤਾ ਜਾਂਦਾ ਨਾ, ਏਜ ਦੇ ਬੇਸ 'ਤੇ ਵੀ ਜੱਜ ਕੀਤਾ ਜਾਂਦਾ ਆ। ਇਹ ਹਰ ਇੱਕ ਹਿਊਮਨ ਦਾ ਡਿਫਰੈਂਟ ਮਾਈਂਡ ਸੈੱਟ ਹੁੰਦਾ ਆ। ਹੋ ਸਕਦਾ ਸਾਹਮਣੇ ਵਾਲਾ ਦੇਖੋ, ਅਗਰ ਹਾਂ ਮੈਂ ਦੱਸਦੀ ਹਾਂ, ਮੰਨ ਲਓ ਅਗਰ ਕੋਈ, ਮੈਂ ਐਗਜ਼ਾਮਪਲ ਦਿੰਦੀ ਹਾਂ, ਚਲੋ ਮੰਨ ਲਓ ਕੋਈ ਲੇਡੀ ਹੈ, ਠੀਕ ਹੈ, ਉਹਨੂੰ ਕੋਈ ਦੂਸਰੀ ਲੇਡੀ ਪੁੱਛ ਰਹੀ ਹੈ ਕਿ ਤੇਰੀ ਏਜ ਕਿੰਨੀ ਹੈ। ਅਗਰ ਉਹਨੇ ਦੱਸਤਾ ਕਿ ਆਈ ਐਮ 30 ਅਰਾਊਂਡ, ਠੀਕ ਹੈ, ਐਂਡ ਸ਼ੀ ਇਜ਼ ਸਟਿਲ ਅਨਮੈਰਿਡ, ਤਾਂ ਉਹਨੇ ਫਿਰ ਕੀ ਸੋਚਣਾ ਹੈ ਯਾਰ ਕਿ ਤੂੰ 30 ਅਰਾਊਂਡ ਹੈ ਐਂਡ ਯੂ ਆਰ ਸਟਿਲ ਅਨਮੈਰਿਡ। ਹੁਣ ਇੱਕ ਤਾਂ ਇਹ ਹੋ ਗਿਆ, ਠੀਕ ਹੈ, ਕਿ ਤੂੰ 30 ਦੇ ਅਰਾਊਂਡ ਹੋ ਗਈ ਆ ਬਟ ਤੂੰ ਸਟਿਲ ਹਜੇ ਵੀ ਅਨਮੈਰਿਡ ਆ। ਹਰ ਇੱਕ ਇਨਸਾਨ ਦਾ ਆਪਣਾ ਆਪਣਾ ਹੀ ਦਿਮਾਗ ਦੇ ਵਿੱਚ ਕੁਐਸ਼ਚਨਸ ਆਉਂਦੇ ਆ, ਹਰ ਇੱਕ ਦੀ ਆਪਣੇ ਆਪਣੇ ਮਾਈਂਡ ਸੈੱਟ ਹੈ। ਕਿਸੇ ਨੇ ਕੋਈ ਵੀ ਚੀਜ਼ ਕੱਢ ਲੈਣੀ ਹੈ ਤੁਹਾਡੀ ਏਜ ਨਾਲ ਰਿਲੇਟਿਡ, ਜੋ ਆਪਾਂ ਸੋਚੀ ਵੀ ਨਹੀਂ ਹੁੰਦੀ ਕਿ ਇਹ ਕੀ ਮਤਲਬ ਗੱਲ ਹੋਈ। ਸੋ ਏਜ, ਸੈਲਰੀ, ਇਸ ਬੇਸ 'ਤੇ ਫਿਰ ਇਹ ਵੀ ਸੋਚ ਲੈਂਦੇ ਆ ਕਿ ਅਗਰ ਤੇਰੀ ਏਜ ਇੰਨੀ ਹੈ
ਤੇਰੀ ਸੈਲਰੀ ਇੰਨੀ ਆ, ਤੂੰ ਇੰਨੀ ਏਜ ਦੀ ਹੋ ਗਈ ਬਟ ਯੂ ਆਰ ਸਟਿਲ ਨਾਟ ਸਕਸੈਸਫੁਲ, ਉਸ ਬੇਸ 'ਤੇ ਵੀ ਜੱਜ ਕਰ ਲੈਂਦੇ ਆ, ਉਸ ਬੇਸ 'ਤੇ ਵੀ ਸੋਚ ਲੈਂਦੇ ਕਿ ਇਹਨੂੰ ਕਿ ਕਿੰਨੀ ਕੁ ਰਿਸਪੈਕਟ ਦੇਣੀ ਹੈ। ਦੁਨੀਆਦਾਰੀ ਜਿੱਦਾਂ ਦੀ ਹੈ ਨਾ, ਬਹੁਤ ਬਹੁਤ ਖਰਾਬ ਹੈ ਲੋਕ, ਬਹੁਤ ਜ਼ਿਆਦਾ। ਤੁਹਾਨੂੰ ਹਰ ਇੱਕ ਚੀਜ਼ ਦੇ ਬੇਸ 'ਤੇ ਜੱਜ ਕਰਦੀ ਆ ਦੁਨੀਆ, ਹਰ ਇੱਕ ਚੀਜ਼ ਦੇ ਬੇਸ 'ਤੇ। ਜਦੋਂ ਆਪਾਂ ਸੋਚਦੇ ਨਾ ਕਿ ਇਹ ਤਾਂ ਕੋਈ ਮਤਲਬ ਹੀ ਨਹੀਂ ਹੋਇਆ, ਪਰ ਉਹਨੇ ਉਸ ਚੀਜ਼ ਤੋਂ ਕੀ ਕਹਿੰਦੇ ਨੇ ਕਿ ਬਾਲ ਦੀ ਵੀ ਖਾਲ ਕੱਢ ਲੈਣੀ। ਹੁਣ ਤੁਸੀਂ ਕਿਹਾ ਨਾ ਕਿ ਮੈਮ ਏਜ ਦੇ ਬੇਸ 'ਤੇ ਕੀ ਜੱਜ ਕਰਨਾ, ਲੇਕਿਨ ਕਰਦੇ ਆ ਲੋਕ ਜੱਜ। ਜਿਨ੍ਹਾਂ ਨਾਲ ਹੋਇਆ ਹੁੰਦਾ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਦੇ ਨਾਲ ਦਿਆਂ ਨਾਲ ਹੋਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ। ਅਤੇ ਆਪਾਂ ਤਾਂ ਨਹੀਂ ਕਰਦੇ, ਆਪਾਂ ਨਹੀਂ ਕਰਦੇ, ਤੁਸੀਂ ਨਹੀਂ ਕਰਦੇ ਹੋਵੋਗੇ, ਮੈਂ ਵੀ ਨਹੀਂ ਕਦੇ ਕੀਤਾ, ਬਟ ਮੇਰੇ ਫਰੈਂਡਸ ਨਾਲ ਇੱਦਾਂ ਹੋਇਆ, ਮੇਰੇ ਕਲੀਗਸ ਨਾਲ ਇੱਦਾਂ ਹੋਇਆ। ਸੋ ਆਪਾਂ ਨੂੰ ਪਤਾ ਲੱਗਦਾ ਆ ਕਿ ਮਤਲਬ ਇੱਦਾਂ ਕਰਦੇ ਆ, ਇੱਦਾਂ ਦੀ ਵੀ ਮੈਂਟੈਲਿਟੀ ਆ, ਮਾਈਂਡ ਸੈਟ ਇੱਦਾਂ ਦਾ ਲੋਕਾਂ ਦਾ। ਹਰ ਇੱਕ ਚੀਜ਼ 'ਚ ਉਹਨਾਂ ਨੇ ਕੋਈ ਨਾ ਕੋਈ ਕੱਢ ਲੈਣੀ ਹੈ ਨਵੀਂ ਗੱਲ, ਠੀਕ ਹੈ। ਸੋ ਆਪਾਂ ਇੰਨਾ ਕੁ ਸਿੱਖਣਾ ਹੈ ਬਸ ਕਿ ਕਦੇ ਕਿਸੇ ਨੂੰ ਉਹਦੀ ਸੈਲਰੀ ਨਹੀਂ ਪੁੱਛਣੀ, ਕਦੇ ਕਿਸੇ ਨੂੰ ਉਹਦੀ ਏਜ ਨਹੀਂ ਪੁੱਛਣੀ। ਕੋਈ ਆਪ ਦੱਸ ਦੇਵੇ ਤਾਂ ਉਹ ਗੱਲ ਵੱਖਰੀ ਹੈ, ਬਸ ਠੀਕ ਹੈ, ਓਕੇ। ਕਿਉਂਕਿ ਕਈ ਵਾਰ ਕੀ ਹੁੰਦਾ ਆ ਕਿ ਆਪਾਂ ਅਗਰ ਕਿਸੇ ਨੂੰ ਇਹ 2 ਕੁਐਸ਼ਚਨਸ ਪੁੱਛ ਲੈਂਦੇ ਹਾਂ ਤਾਂ ਕੁਛ ਲੋਕ ਇੱਦਾਂ ਦੇ ਹੁੰਦੇ ਨੇ ਜੋ ਅਨਕੰਫਰਟੇਬਲ ਫੀਲ ਕਰਦੇ ਨੇ ਇਸ ਚੀਜ਼ ਤੋਂ, ਰਾਈਟ। ਅਤੇ ਕੋਈ ਨਹੀਂ ਦੱਸਣਾ ਚਾਹੁੰਦੇ, ਕਿਸੇ ਦੀ ਸੈਲਰੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਉਹ ਨਹੀਂ ਦੱਸਣਾ ਚਾਹੁੰਦਾ ਕਿ ਮੇਰੀ ਸੈਲਰੀ ਬਹੁਤ ਜ਼ਿਆਦਾ ਆ, ਕਿ ਨਜ਼ਰ ਲੱਗ ਜੂ। ਕੋਈ ਕੁਝ ਸੋਚਦਾ ਹੈ ਟੈਕਸ, ਹਾਂ ਟੈਕਸ, ਇਨਕਮ ਟੈਕਸ, ਯੈਸ। ਅਤੇ ਕਿਸੇ ਦੀ ਘੱਟ ਹੈ ਅਤੇ ਉਹ ਵੀ ਨਹੀਂ ਦੱਸਣਾ ਚਾਹੇਗਾ ਕਿ ਮੇਰੀ ਘੱਟ ਹੈ। ਸੋ ਆਪਾਂ ਇਹ 2 ਚੀਜ਼ਾਂ ਕਿਸੇ ਨੂੰ ਵੀ ਨਹੀਂ ਪੁੱਛਣੀਆਂ, ਬਿਕੋਜ਼ ਵੀ ਡੋਂਟ ਮੇਕ ਸਮਬਡੀ ਫੀਲ ਅਨਕੰਫਰਟੇਬਲ, ਰਾਈਟ। ਅਗਰ ਕਿਸੇ ਨੂੰ ਆਪਾਂ ਇੱਦਾਂ ਪੁੱਛਦੇ ਹਾਂ ਤਾਂ ਹੋ ਸਕਦਾ ਕਿ ਉਹ ਅਨਕੰਫਰਟੇਬਲ ਫੀਲ ਕਰੇ, ਐਂਡ ਵੀ ਆਰ ਨਾਟ ਸਪੋਜ਼ ਟੂ ਮੇਕ ਐਨੀਬਡੀ ਫੀਲ ਅਨਕੰਫਰਟੇਬਲ, ਓਕੇ। ਅੱਛਾ, ਤੀਸਰਾ ਹੁਣ ਹੈ ਆਪਣਾ, ਇਹ ਮੈਂ ਤੁਹਾਨੂੰ ਦੱਸਦਾ ਕਿ ਪੋਸਟ ਦੇ ਬੇਸ 'ਤੇ, ਠੀਕ ਹੈ, ਪੋਜੀਸ਼ਨ ਦੇ ਬੇਸ 'ਤੇ ਉਹਨੂੰ ਜੱਜ ਕੀਤਾ ਜਾਂਦਾ, ਉਹਦੀ ਰਿਸਪੈਕਟ ਉਸ ਬੇਸ 'ਤੇ ਦੇਖੀ ਜਾਂਦੀ ਆ। ਇਹ ਚੀਜ਼ਾਂ ਨਾ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਸਿਰਫ ਇੱਦਾਂ ਆਪਣੇ ਅਰਾਊਂਡ ਹੋ ਰਹੀਆਂ ਨੇ, ਠੀਕ ਹੈ, ਲੇਕਿਨ ਆਪਾਂ ਇੱਦਾਂ ਨਹੀਂ ਕਰਨਾ। ਮੈਂ ਤੁਹਾਨੂੰ ਇਹ ਚੀਜ਼ਾਂ ਇਸ ਲਈ ਦੱਸਦੀ ਹਾਂ ਕਿ ਇੱਦਾਂ ਇਹ ਸਾਰਾ ਕੁਛ ਹੋ ਰਿਹਾ ਆ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇੱਦਾਂ ਇੱਦਾਂ ਚੱਲਦਾ ਦੁਨੀਆ ਦੇ ਵਿੱਚ। ਲੇਕਿਨ ਆਪਾਂ ਇੱਦਾਂ ਉਹਨਾਂ ਤੋਂ ਦੇਖ ਕੇ ਉਹਨਾਂ ਵਾਂਗੂ ਨਹੀਂ ਕਰਨਾ। ਆਪਾਂ ਦੇਖਣਾ ਆ ਕਿ ਕੀ ਸਹੀ ਹੈ ਔਰ ਕੀ ਗਲਤ ਹੈ। ਕਿਸੇ ਨੂੰ ਕਿਸੇ ਦੀ ਚੀਜ਼ ਦੇ ਬੇਸ 'ਤੇ ਜੱਜ ਨਹੀਂ ਕਰੀਦਾ, ਉਹਨੂੰ ਹਮੇਸ਼ਾ ਉਸ ਬੇਸ 'ਤੇ ਦੇਖਣਾ ਹੈ ਕਿ ਉਹਦੀ ਮੈਂਟੈਲਿਟੀ ਕੀ ਹੈ, ਠੀਕ ਹੈ, ਉਹਦਾ ਨੇਚਰ ਕਿੱਦਾਂ ਦਾ ਆ, ਰਾਈਟ। ਇਹਨਾਂ ਚੀਜ਼ਾਂ ਤੋਂ ਉਹਨੂੰ ਅਗਰ ਆਪਾਂ ਜੱਜ ਕਰੀਏ, ਇਹਨਾਂ ਚੀਜ਼ਾਂ ਨੂੰ ਅਗਰ ਪ੍ਰਾਇਓਰਿਟੀ ਦਈਏ ਤਾਂ ਉਹ ਬੈਟਰ ਹੈ, ਠੀਕ ਹੈ, ਬਾਕੀ ਚੀਜ਼ਾਂ ਨੂੰ ਛੱਡ ਕੇ। ਕਿ ਇਹ ਬੰਦਾ ਹਰ ਇੱਕ ਨਾਲ ਹੱਸ ਕੇ ਗੱਲ ਕਰਦਾ, ਖੁਸ਼ ਹੋ ਕੇ ਮਿਲਦਾ ਆ ਸਾਰਿਆਂ ਨੂੰ, ਇਹਦਾ ਨੇਚਰ ਬਹੁਤ ਅੱਛਾ ਆ, ਫਿਰ ਚਾਹੇ ਉਹਦੀ ਸੈਲਰੀ ਘੱਟ ਹੋਵੇ, ਚਾਹੇ ਏਜਡ ਹੋਵੇ, ਚਾਹੇ ਏਜ ਘੱਟ ਹੋਵੇ, ਜਿੱਦਾਂ ਮਰਜ਼ੀ ਹੈ, ਠੀਕ ਹੈ, ਰਿਸਪੈਕਟ ਨਾਲ ਗੱਲ ਕਰਦਾ ਸਾਰਿਆਂ ਦੇ ਨਾਲ। ਇਹਨਾਂ ਚੀਜ਼ਾਂ ਤੋਂ ਬੇਸ ਉਹਨਾਂ ਨੂੰ ਜੱਜ ਕਰੀਏ, ਨਾ ਕਿ ਦੂਸਰਿਆਂ ਤੋਂ, ਠੀਕ ਹੈ। ਨੈਕਸਟ ਹੈ ਆਪਣੇ ਕੋਲ ਔਨ ਦਾ ਬੇਸਿਸ ਆਫ ਬਿਲੀਵਸ, ਜਿਹਦੇ ਵਿੱਚ ਹੈ ਇਜ਼ਮ। ਇਜ਼ਮ ਇਜ਼ ਲਾਈਕ ਕਿ ਥੋਟ ਸਿਸਟਮ, ਜਿਹਦੇ ਵਿੱਚ ਕੀ ਆ ਜਾਂਦਾ ਆ, ਕੈਪੀਟਲਿਜ਼ਮ, ਸੋਸ਼ਲਿਜ਼ਮ, ਠੀਕ ਹੈ, ਇੱਦਾਂ ਦੇ ਕਮਿਊਨਿਜ਼ਮਸ, ਇਹ ਸਾਰੀਆਂ ਚੀਜ਼ਾਂ ਇਹਦੇ 'ਚ ਆ ਜਾਂਦੀਆਂ। ਅਤੇ ਔਰ ਕੈਪੀਟਲਿਜ਼ਮ ਦੇ ਜਿਹੜੇ ਕੈਪੀਟਲਿਜ਼ਮ ਇਸ ਸੈਟ ਨੂੰ ਬਿਲੀਵਸ ਨੂੰ ਫੋਲੋ ਕਰਦੇ ਆ, ਉਹਨਾਂ ਨੂੰ ਕੈਪੀਟਲਿਸਟ ਕਹਿੰਦੇ ਆ। ਸੋਸ਼ਲਿਜ਼ਮ ਨੂੰ ਸੋਸ਼ਲਿਸਟ, ਕਮਿਊਨਿਜ਼ਮ ਨੂੰ ਕਮਿਊਨਿਸਟ, ਠੀਕ ਹੈ। ਕੁਛ ਫੈਮਿਨਿਜ਼ਮ ਹੁੰਦੇ ਨੇ, ਫੈਮਿਨਿਸਟ ਹੁੰਦੇ ਨੇ, ਰਾਈਟ। ਫੈਮਿਨਿਸਟ ਪਤਾ ਹੈ ਨਾ ਕੀ ਹੁੰਦੇ ਨੇ, ਜਿਹੜੇ ਲੇਡੀਜ਼ ਨੂੰ, ਫੀਮੇਲਸ ਨੂੰ ਰਾਈਟ ਦਿਵਾਉਣ ਲਈ ਹੁੰਦੇ ਨੇ। ਫੈਮਿਨਿਜ਼ਮ ਨੂੰ ਜਿਹੜੇ ਫੋਲੋ ਕਰਦੇ ਨੇ, ਫੈਮਿਨਿਸਟ ਕਹਿੰਦੇ ਨੇ ਉਹਨਾਂ ਨੂੰ, ਠੀਕ ਹੈ। ਇਹ ਕੁਛ ਇਜ਼ਮਸ ਹੋ ਗਏ। ਦੂਸਰਾ ਆਪਣੇ ਕੋਲ ਹੈਗਾ ਆ ਸੈਕਟਸ। ਸੈਕਟਸ ਕੀ ਹੁੰਦੇ ਨੇ? ਸੈਕਟਸ ਹੁੰਦਾ ਹੈ ਕਿ ਕਿਸੇ ਨੂੰ ਉਹਦੇ ਰਿਲੀਜਨ ਜਾਂ ਫਿਰ ਉਹਦੀ ਕਾਸਟ, ਠੀਕ ਹੈ, ਜਾਂ ਫਿਰ ਉਹਦੇ ਕਲਚਰ, ਇਹਨਾਂ ਸਭ ਚੀਜ਼ਾਂ ਦੇ ਬੇਸ 'ਤੇ ਉਹਨੂੰ ਜੱਜ ਕਰਨਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇਖ ਕੇ ਉਸ ਬੇਸ 'ਤੇ ਉਹਨੂੰ ਰਿਸਪੈਕਟ ਦੇਣੀ। ਅਗਰ ਕਿਸੇ ਨੂੰ ਆਪਾਂ ਪੁੱਛੀਏ ਕਿ ਤੁਹਾਡਾ ਰਿਲੀਜਨ ਕੀ ਹੈ, ਕਿਸੇ ਨੂੰ ਕਿਸੇ ਦਾ ਰਿਲੀਜਨ ਜਾਂ ਕਾਸਟ ਵੀ ਨਹੀਂ ਪੁੱਛੀ ਦੀ। ਜੇ ਆਪਾਂ ਇਹ ਕੁਐਸਚਨ ਕਿਸੇ ਨੂੰ ਪੁੱਛਦੇ ਹਾਂ ਨਾ, ਇਹਦਾ ਮਤਲਬ ਕਿ
ਆਪਾਂ ਵੀ ਕਾਸਟਿਜ਼ਮ 'ਚ ਜਾਂ ਰਿਲੀਜਨ ਵਗੈਰਾ ਇਹ ਸਾਰੀਆਂ ਚੀਜ਼ਾਂ 'ਚ ਬਿਲੀਵ ਕਰਦੇ ਹਾਂ, ਅਤੇ ਇਹ ਚੀਜ਼ਾਂ ਵੀ ਆਪਾਂ ਨਹੀਂ ਕਦੇ ਵੀ ਕਿਸੇ ਨੂੰ ਪੁੱਛਣੀਆਂ, ਕਿਉਂਕਿ ਅਸੀਂ ਬਿਲੀਵ ਹੀ ਨਹੀਂ ਕਰਦੇ ਇਹ ਚੀਜ਼ਾਂ 'ਚ। ਅਗਰ ਮੈਂ ਹਿਊਮਨ ਹਾਂ, ਮੇਰੇ ਸਾਹਮਣੇ ਵਾਲਾ ਬੰਦਾ ਹਿਊਮਨ ਬੈਠਾ ਹੈ, ਬਸ ਠੀਕ ਹੈ, ਦੈਟ ਇਜ਼ ਓਕੇ ਐਂਡ ਵੀ ਆਰ ਗੁੱਡ ਫਰੈਂਡਸ। ਕਿਉਂ ਕਿਸੇ ਨੂੰ ਕਿਸੇ ਦੀ ਕਾਸਟ ਪੁੱਛਣੀ ਹੈ, ਕਿਉਂ ਕਿਸੇ ਨੂੰ ਕਿਸੇ ਦਾ ਰਿਲੀਜਨ ਪੁੱਛਣਾ ਹੈ? ਕਿ ਆਪਾਂ ਉਹਨੂੰ ਉਸ ਬੇਸ 'ਤੇ ਰਿਸਪੈਕਟ ਦੇਈਏ ਕਿ ਅਗਰ ਉਹ ਹਾਈ ਕਾਸਟ ਦਾ ਹੈ ਤਾਂ ਉਹਨੂੰ ਜ਼ਿਆਦਾ ਰਿਸਪੈਕਟ ਦੇਣੀ ਹੈ, ਅਗਰ ਲੋਅਰ ਕਾਸਟ ਦਾ ਤਾਂ ਉਹਨੂੰ ਰਿਸਪੈਕਟ ਨਹੀਂ ਦੇਣੀ। ਕਿਉਂਕਿ ਹੁਣ ਇੱਦਾਂ ਹੀ ਹੋ ਰਿਹਾ ਆ, ਜੋ ਹਾਈ ਕਾਸਟ ਦੇ ਨੇ ਉਹ ਉਹੀ ਚੱਲ ਰਹੇ ਨੇ, ਜੋ ਲੋ ਕਾਸਟ ਦੇ ਉਹਨਾਂ ਨੂੰ ਤਾਂ ਕੁਝ ਸਮਝਦੇ ਹੀ ਨਹੀਂ। ਪੰਜਾਬ 'ਚ ਆਪਣੇ ਬਹੁਤ ਘੱਟ ਹੈ, ਪੰਜਾਬ 'ਚ ਤਾਂ ਚਲੋ ਬਿਲਕੁਲ ਵੀ ਨਹੀਂ ਆਈ ਥਿੰਕ, ਲੇਕਿਨ ਯੂਪੀ ਬਿਹਾਰ ਵਿੱਚ ਅਗਰ ਤੁਸੀਂ ਦੇਖੋ ਤਾਂ ਕਾਸਟਿਜ਼ਮ ਕਿਸ ਹੱਦ ਤੱਕ ਹਜੇ ਵੀ ਹੈ ਉੱਥੇ, ਜਦ ਕਿ ਕੌਨਸਟੀਟਿਊਸ਼ਨ ਦੇ ਵਿੱਚ ਸਭ ਨੂੰ ਰਾਈਟ ਹੈ ਇਕੁਐਲਿਟੀ, ਫੰਡਾਮੈਂਟਲ ਰਾਈਟ ਆਫ ਇਕੁਐਲਿਟੀ ਸਭ ਲਈ ਹੈ, ਲੇਕਿਨ ਸਟਿਲ ਕਾਸਟਿਜ਼ਮ ਦੇ ਬੇਸ 'ਤੇ ਉਹਨਾਂ ਨੂੰ ਜੱਜ ਕੀਤਾ ਜਾਂਦਾ। ਅਨਟੱਚੇਬਿਲਿਟੀ ਹਜੇ ਵੀ ਹੈ ਉੱਥੇ, ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਉਹਨਾਂ ਦੇ ਵਿੱਚ, ਮੇਲ ਔਰ ਫੀਮੇਲ 'ਚ ਵੀ ਔਰ ਕਾਸਟਿਜ਼ਮ ਦੇ ਬੇਸ 'ਤੇ ਵੀ। ਠੀਕ ਹੈ, ਸੋ ਕਿਸੇ ਨੂੰ ਕਿਸੇ ਦੀ ਏਜ, ਸੈਲਰੀ, ਰਿਲੀਜਨ ਜਾਂ ਕਾਸਟ ਇਹ ਸਾਰੀਆਂ ਚੀਜ਼ਾਂ ਨਹੀਂ ਪੁੱਛਣੀਆਂ, ਬਿਕੋਜ਼ ਦੀਜ਼ ਥਿੰਗਸ ਡੂ ਨਾਟ ਮੈਟਰ ਫॉर ਅਸ। ਇਹ ਸਾਡੇ ਲਈ ਮੈਟਰ ਨਹੀਂ ਕਰਦੀਆਂ। ਜੋ ਇਨਸਾਨ ਪੜ੍ਹਿਆ ਲਿਖਿਆ ਆ, ਠੀਕ ਹੈ, ਜਿਹਨੇ ਆਹ ਸਾਰੀਆਂ ਚੀਜ਼ਾਂ ਸਮਝੀਆਂ ਨੇ, ਕਿਉਂਕਿ ਪੜ੍ਹਨ ਦਾ ਫਾਇਦਾ ਹੀ ਇਹੀ, ਪੜ੍ਹਨ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਕੁਝ ਸਿੱਖ ਰਹੇ ਹੋ, ਤੁਸੀਂ ਬਾਕੀਆਂ ਵਾਂਗੂ ਬਾਕੀਆਂ ਵਿੱਚ ਪਿੱਛੇ ਨਹੀਂ ਲੱਗ ਰਹੇ ਹੋ। ਪੜ੍ਹਾਈ ਦਾ ਮਤਲਬ ਹੀ ਇਹ ਹੁੰਦਾ ਆ, ਔਰ ਇਸ ਸਬਜੈਕਟ ਦਾ ਤਾਂ ਮਤਲਬ ਹੀ ਇਹੀ ਹੈ ਹਿਊਮਨ ਵੈਲਿਊਜ਼ ਦਾ, ਕਿ ਤੁਸੀਂ ਰਿਲੇਸ਼ਨਸ਼ਿਪਸ ਦੇ ਵਿੱਚ ਰਹਿਣਾ ਸਿੱਖੋ। ਠੀਕ ਹੈ, ਕਿਹੜੀ ਚੀਜ਼ ਨੂੰ ਤੁਸੀਂ ਪ੍ਰੈਫਰ ਕਰਨਾ ਹੈ, ਕਿਹੜੀ ਨੂੰ ਨਹੀਂ ਕਰਨਾ, ਕਿਹਨੂੰ ਪ੍ਰਾਇਓਰਿਟੀ ਦੇਣੀ, ਕਿਹਨੂੰ ਨਹੀਂ ਦੇਣੀ, ਇਹ ਸਾਰੀਆਂ ਚੀਜ਼ਾਂ ਹੀ ਆਪਾਂ ਦੇਖਣੀਆਂ ਇੱਥੇ, ਇਹੀ ਸਿੱਖ ਰਹੇ ਹਾਂ ਆਪਾਂ। ਠੀਕ ਹੈ ਜੀ, ਸੋ ਇਹ ਚੀਜ਼ ਦਾ ਧਿਆਨ ਰੱਖਣਾ ਹੈ ਬਿਲਕੁਲ, ਕਿ ਅਗਰ ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਆਪਣੇ ਪੜ੍ਹੇ ਲਿਖੇ ਹੋਣ ਦਾ ਉਹ ਚੀਜ਼ ਨਾ ਦਿਖਾਈਏ ਕਿ ਅਸੀਂ ਹਜੇ ਵੀ ਕਾਸਟਿਜ਼ਮ, ਰਿਲੀਜਨ ਜਾਂ ਸੈਲਰੀ ਦੇਖਣੀ ਹੈ ਕਿਸੇ ਦੀ, ਉਸ ਚੀਜ਼ ਸਾਰੀਆਂ ਚੀਜ਼ਾਂ 'ਤੇ ਜੱਜ ਕਰਨਾ ਕਿਸੇ ਨੂੰ, ਨਹੀਂ, ਫਿਰ ਸਾਡੇ ਪੜ੍ਹੇ ਲਿਖੇ ਹੋਣ ਦਾ ਕੋਈ ਫਾਇਦਾ ਹੀ ਨਹੀਂ ਹੈ। ਠੀਕ ਹੈ, ਫਿਰ ਅਸੀਂ ਜਿਹੜਾ ਪੜ੍ਹੇ ਹਾਂ ਇੰਨਾ ਟਾਈਮ, ਇੰਨੇ ਸਾਲ ਪੜ੍ਹੇ ਤਾਂ ਖਰਾਬ ਹੋ ਗਏ। ਫਿਰ ਮੇਲ ਫੀਮੇਲ 'ਚ ਆਪਾਂ ਅਗਰ ਡਿਫਰੈਂਸ਼ੀਏਟ ਕਰਦੇ ਹਾਂ, ਉਹਨਾਂ 'ਚ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਕਿਉਂਕਿ ਸਾਨੂੰ ਤਾਂ ਇਹ ਕੁਝ ਨਹੀਂ ਸਿਖਾਇਆ ਗਿਆ ਨਾ, ਹੁਣ ਤੁਹਾਨੂੰ ਇਹ ਕੁਝ ਥੋੜ੍ਹੀ ਸਿਖਾ ਰਹੇ ਹਾਂ, ਤਾਂ ਆਪਾਂ ਇਹ ਨਹੀਂ ਕਰਨਾ। ਠੀਕ ਹੈ, ਕਲੀਅਰ ਹੈ ਜੀ। ਇਹ ਵਾਲਾ ਟੌਪਿਕ ਮੈਨੂੰ ਬਹੁਤ ਪਸੰਦ ਆਇਆ ਕਿ ਰਿਸਪੈਕਟ ਕਿਸ ਬੇਸ 'ਤੇ ਦਿੱਤੀ ਜਾਂਦੀ ਹੈ ਲੋਕਾਂ ਨੂੰ, ਕਿ ਆਪਾਂ ਦੂਸਰੇ ਪਰਸਨ ਨੂੰ, ਹਾਂਜੀ ਹਾਂ ਐਗਜ਼ੈਕਟਲੀ, ਉਹ ਪਾਗਲ ਹੁੰਦੇ ਆ। ਔਰ ਹੂੰ ਹੂੰ ਦੇਖੋ ਫਿਰ ਇੱਥੋਂ ਹੀ ਪਤਾ ਲੱਗਦਾ ਨਾ, ਫਿਰ ਉਹਨੇ ਇੰਨਾ ਟਾਈਮ ਪੜ੍ਹਾਈ ਕੀਤੀ। ਹਾਂ, ਹੁਣ ਬਿਹਾਰ ਦੀ ਸੀ ਨਾ, ਦੇਖੋ ਉੱਥੇ ਇਹ ਸਭ ਕੁਝ ਚੱਲਦਾ ਆ, ਉੱਥੇ ਇਹ ਸਾਰਾ ਕੁਝ ਚੱਲਦਾ। ਹੂੰ 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 ਕਿਉਂਕਿ ਉਹ ਇੱਦਾਂ ਦੇ ਕੰਡੀਸ਼ਨਸ, ਇੱਦਾਂ ਦੇ ਸਿਨੈਰੀਓ ਦੇ ਵਿੱਚ ਰਹੀ ਹੈ। ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਨਾ ਕਿ ਯੂਪੀ ਬਿਹਾਰ ਵੱਲ ਇੱਦਾਂ ਬਹੁਤ ਕੁਛ ਹੈ। ਉਹ ਇੱਦਾਂ ਦੇ ਸਿਚੁਏਸ਼ਨਸ, ਇੱਦਾਂ ਦੇ ਸਿਨੈਰੀਓ 'ਚ ਰਹੀ ਹੋਈ ਆ ਕਿ ਉਹਦਾ ਮਾਈਂਡਸੈਟ ਉੱਦਾਂ ਦਾ ਹੋ ਗਿਆ। ਅਗਰ ਉਹ ਇੱਥੇ ਰਹੀ ਹੁੰਦੀ ਤਾਂ ਉਹਨੂੰ ਪਤਾ ਹੁੰਦਾ ਕਿ ਨਹੀਂ ਇੱਦਾਂ ਕੁਛ ਨਹੀਂ ਹੈ, ਕਿਉਂਕਿ ਆਪਾਂ ਇੱਦਾਂ ਬੇਸ 'ਤੇ, ਇਸ ਬੇਸ 'ਤੇ ਆਪਾਂ ਕਿਸੇ ਨੂੰ ਜੱਜ ਨਹੀਂ ਕਰਦੇ। ਹੁਣ ਉਹ ਉੱਦਾਂ ਦੀ ਹੀ ਐਨਵਾਇਰਮੈਂਟ ਵਿੱਚ ਰਹੀ ਹੋਈ ਹੈ, ਤਾਂ ਉਹਨੇ ਉੱਦਾਂ ਕਰਨਾ ਆ। ਫਿਰ ਉਹਦੇ ਪੇਰੈਂਟਸ ਨੇ ਜੋ ਉਹਨੂੰ ਦੱਸਿਆ, ਜੋ ਪੇਰੈਂਟਸ ਉਹਦੇ ਕਰਦੇ ਹੋਣਗੇ, ਫਿਰ ਉਹਨੇ ਵੀ ਅੱਗੇ ਉੱਦਾਂ ਹੀ ਕਰਨਾ।
ਠੀਕ ਹੈ ਨਾ। ਸੋ ਇਹ ਚੀਜ਼ ਹੁੰਦੀ ਆ ਕਿ ਇਸ ਇਹ ਸਾਰੀਆਂ ਚੀਜ਼ਾਂ ਹੂੰ 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 ਫਿਰ ਇੱਥੋਂ ਕੀ ਪਤਾ ਲੱਗਦਾ ਹੈ। ਹੂੰ ਹੂੰ ਅੱਛਾ ਠੀਕ ਹੈ। ਸੋ ਇਹ ਇੱਥੋਂ ਫਿਰ ਪਤਾ ਦੇਖੋ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਉਹਦੇ ਪੇਰੈਂਟਸ ਕਾਫੀ ਐਜੂਕੇਟਿਡ ਔਰ ਵਧੀਆ ਸੀਗੇ ਲੇਕਿਨ ਸਟਿਲ ਉਹਨਾਂ ਦੀ ਫਿਰ ਤੁਸੀਂ ਦੇਖੋ ਉਹਨਾਂ ਨੂੰ ਫਿਰ ਆਪਾਂ ਕੀ ਕਵਾਂਗੇ, ਉਹ ਤਾਂ ਪੜ੍ਹੇ ਲਿਖੇ ਅਨਪੜ੍ਹ ਹੀ ਹੋ ਗਏ ਨਾ ਇੱਕ ਤਰ੍ਹਾਂ। ਅਗਰ ਉਹਨਾਂ ਦੀ ਹਜੇ ਵੀ ਇਹ ਸੋਚ ਹੈ, ਕਿਉਂਕਿ ਅਗਰ ਪੇਰੈਂਟਸ ਦੀ ਸੋਚ ਡਿਫਰੈਂਟ ਹੈ ਨਾ ਤਾਂ ਬੱਚੇ ਦੀ ਡਿਫਰੈਂਟ ਹੋਏਗੀ ਹੀ ਹੋਏਗੀ, ਕਿਉਂਕਿ ਪੇਰੈਂਟਸ ਕਦੇ ਵੀ ਬੱਚੇ ਨੂੰ ਕੁਝ ਅਲੱਗ ਨਹੀਂ ਸਿਖਾਉਂਦੇ। ਜੋ ਉਹਨਾਂ ਨੇ ਸਿੱਖਿਆ ਹੁੰਦਾ, ਜੋ ਉਹ ਕਰਦੇ ਹੁੰਦੇ, ਉਹਨਾਂ ਨੇ ਬੱਚਿਆਂ ਨੂੰ ਉਹੀ ਸਿਖਾਉਣਾ ਹੁੰਦਾ। ਠੀਕ ਹੈ, ਅਗਰ ਉਹਦੇ ਪੇਰੈਂਟਸ ਇਹ ਸਾਰੀਆਂ ਚੀਜ਼ਾਂ ਨਾ ਸੋਚਦੇ ਹੁੰਦੇ ਤੇ ਉਹਨੂੰ ਵੀ ਕਹਿੰਦੇ ਕਿ ਇੱਦਾਂ ਕੁਛ ਨਹੀਂ ਹੁੰਦਾ, ਕਾਸਟਿਜ਼ਮ ਕੁਛ ਨਹੀਂ ਹੁੰਦੀ, ਇਹਦਾ ਮਤਲਬ ਉਹਦੇ ਪੇਰੈਂਟਸ ਵੀ ਇਹ ਸਾਰੀਆਂ ਚੀਜ਼ਾਂ ਹਾਂ ਇਹ ਵੀ ਹੁੰਦਾ ਆ, ਇਹ ਵੀ ਹੁੰਦਾ। ਇੱਕ ਨਾ ਕੰਪਨੀ ਬਹੁਤ ਮੈਟਰ ਕਰਦੀ, ਹਾਂ ਕੰਪਨੀ, ਸੰਗਤ, ਕੰਪਨੀ ਬਹੁਤ ਮੈਟਰ ਕਰਦੀ ਆ ਜਿਨ੍ਹਾਂ ਦੇ ਨਾਲ ਆਪਾਂ ਪੂਰਾ ਦਿਨ ਰਹਿਣਾ ਆ। ਜਦੋਂ ਨਾ ਬੱਚਾ ਸਕੂਲ ਜਾਂਦਾ ਹੈ ਨਾ ਤਾਂ ਉਹਦਾ ਮੈਕਸੀਮਮ ਟਾਈਮ ਜਿਹੜਾ ਹੈ ਨਾ ਉਹਦੇ ਫਰੈਂਡਸ ਉਹਦਾ ਸਕੂਲ ਦੇ ਵਿੱਚ ਬੀਤਦਾ ਆ। ਘਰ ਤਾਂ ਆ ਕੇ ਸਿਰਫ ਉਹ ਸੌਣ ਆਉਂਦਾ ਹੈ, ਰੋਟੀ ਖਾਣ ਆਉਂਦਾ ਹੈ। ਠੀਕ ਹੈ, ਫਿਰ ਕਾਲਜ ਵਿੱਚ ਆ ਜਾਂਦੇ ਆ ਅਤੇ ਹਾਂ ਹੂੰ ਹੂੰ ਫਿਰ ਪਤਾ ਨਹੀਂ ਉਹਦਾ ਕੀ ਉਹਦਾ ਮਾਈਂਡ ਸੈਟ ਹੋਏਗਾ, ਕਿਉਂ ਇੱਦਾਂ ਉਹ ਸੋਚਦੀ ਹੋਏਗੀ। ਉਹਨੂੰ ਤਾਂ ਫਿਰ ਐਕਚੁਅਲੀ ਵਧੀਆ ਕਾਉਂਸਲਿੰਗ ਦੀ ਜ਼ਰੂਰਤ ਹੈ। ਉਹਨੂੰ ਤਾਂ ਬਹੁਤ ਕਾਉਂਸਲਿੰਗ ਦੀ ਜ਼ਰੂਰਤ ਹੈ ਅਗਰ ਉਹ ਇੱਦਾਂ ਸੋਚ ਰਹੀ ਹੈ ਤਾਂ ਦੈਟਸ ਰੀਅਲੀ ਰੀਅਲੀ ਨਾਟ ਅਪਰੀਸ਼ੀਏਟਿਡ। ਕਿ ਅਗਰ ਤੁਸੀਂ ਇਸ ਚੀਜ਼ਾਂ ਆਹ ਸਾਰੀਆਂ ਚੀਜ਼ਾਂ ਹੂੰ ਹੂੰ ਉਹਨੇ ਕੋਈ ਇੱਦਾਂ ਦਾ ਇੰਸੀਡੈਂਟ ਦੇਖਿਆ ਹੋਏਗਾ। ਹੂੰ 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 ਦੇਖੋ ਇੱਦਾਂ ਹੁੰਦਾ ਨਾ ਕਿ ਕਈ ਵਾਰ ਇੱਕ ਤਾਂ ਜ਼ਿਆਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕ ਹੁੰਦੀ ਹੈ ਹੈਰੀਡਿਟਰੀ ਔਰ ਇੱਕ ਹੁੰਦਾ ਹੈ ਇਨਵਾਇਰਮੈਂਟ। ਠੀਕ ਹੈ, ਕੁਛ ਕੁ ਤਾਂ ਚੀਜ਼ਾਂ ਜਿਹੜੀਆਂ ਨੇ ਉਹ ਪੇਰੈਂਟਸ ਤੋਂ ਬੱਚਿਆਂ ਤੱਕ ਜਾਂਦੀਆਂ ਨੇ। ਠੀਕ ਹੈ, ਹੈਰੀਡਿਟਰੀ ਜੀਨਸ ਦੇ ਥਰੂ, ਕੁਛ ਉਹਨਾਂ ਦਾ ਇਨਵਾਇਰਮੈਂਟ ਇੱਦਾਂ ਦਾ ਹੁੰਦਾ ਆ। ਤਾਂ ਇਹਨਾਂ ਦੋਨੋਂ ਚੀਜ਼ਾਂ ਦਾ ਹੀ, ਇਹ ਦੋਨੋਂ ਚੀਜ਼ਾਂ ਹੀ ਰਿਸਪੋਂਸੀਬਲ ਹੁੰਦੀਆਂ ਨੇ ਹਰ ਇੱਕ ਇਨਸਾਨ ਦੇ ਬਿਹੇਵੀਅਰ, ਉਹਦੇ ਮਾਈਂਡਸੈਟ ਦੇ। ਅਗਰ ਉਹਦੇ ਪੇਰੈਂਟਸ ਹੋ ਸਕਦਾ ਹੈ ਕਿ ਬਹੁਤ ਅੱਛੇ ਹੋਣ, ਚਲੋ ਉਹਨਾਂ ਨੇ ਨਾ ਇਹ ਕੁਛ ਸਿਖਾਇਆ ਹੋਵੇ, ਸਟਿਲ ਉਹ ਇਹ ਸੋਚਦੀ ਹੈ, ਫਿਰ ਉਹਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ ਐਕਚੁਅਲੀ ਬਹੁਤ। ਫਿਰ ਜਾਂ ਉਹਨੇ ਕੋਈ ਇੱਦਾਂ ਦਾ ਇੰਸੀਡੈਂਟ ਦੇਖਿਆ ਹੋਏਗਾ ਜਿਹਦੇ ਨਾਲ ਉਹਨੇ ਇਹ ਸਾਰੀਆਂ ਚੀਜ਼ਾਂ ਆਪਣੇ ਮਾਈਂਡ 'ਚ ਹੂੰ 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 ਅੱਛਾ ਹਾਂ